ਬਲਬੀਰ ਸਿੰਘ ਰਾਜੇਵਾਲ ਦਾ ਬਿਆਨ, ਕਿਹਾ ਸੰਘਰਸ਼ ਨਹੀਂ ਹੋਵੇਗਾ ਖਤਮ, ਸਰਕਾਰ ਵਾਪਸ ਲਵੇ 3 ਖੇਤੀਬਾੜੀ ਕਾਨੂੰਨ। ਦਿੱਲੀ ਦੇ ਬਾਰਡਰਾਂ ਤੇ ਸਰਕਾਰ ਵੱਲੋਂ 3 ਦਿਨ ਲਈ ਕੀਤੀ ਗਈ ਇੰਟਰਨੈਟ ਸੇਵਾ ਬੰਦ। ਦਿੱਲੀ ਵਿੱਚ ਬੈਠੇ ਕਿਸਾਨਾਂ ਬਾਰੇ ਨਹੀਂ ਮਿਲੇਗੀ ਜਾਣਕਾਰੀ। ਮਹਾਤਮਾ ਗਾਂਧੀ ਦੀ 73ਵੀਂ ਬਰਸੀ ਤੇ ਪ੍ਰਧਾਨ ਮੰਤਰੀ ਨੇ ਰਾਜ ਕਾਢ ਤਾਂ ਕਿਸਾਨਾਂ ਨੇ ਭੁੱਖ ਹੜਤਾਲ ਕਰਕੇ ਦਿੱਤੀ ਸ਼ਰਧਾਂਜਲੀ। ਐਮਸੀ ਦੀਆਂ ਚੋਣਾਂ ਲਈ ਅੱਜ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ, 14 ਫਰਵਰੀ ਨੂੰ ਹੋਣਗੀਆਂ ਚੋਣਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਨਿਊਜ਼ ਰੂਮ ਤੋਂ ਮੈਂ ਰਜਿੰਦਰ ਕੌਰ। ਕਿਸਾਨੀ ਸੰਘਰਸ਼ ਨੂੰ ਚੱਲਦੇ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਇਸ ਸੰਘਰਸ਼ ਦੇ ਵਿੱਚ ਕਈ ਉਤਾਰ ਚੜਾਅ ਵੀ ਵੇਖਣ ਨੂੰ ਮਿਲੇ। ਇਸੇ ਦੇ ਚੱਲਦੇ ਅੱਜ ਬਲਬੀਰ ਸਿੰਘ ਰਾਜੇਵਾਲ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਹ ਸਾਫ਼ ਕਰ ਦਿੱਤਾ ਕਿ ਕਿਸਾਨਾਂ ਦਾ ਇਹ ਸੰਘਰਸ਼ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਕੇਂਦਰ ਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਤੁਹਾਨੂੰ ਦੱਸ ਦਈਏ ਕਿ ਕੇਂਦਰ ਦੀ ਸਰਕਾਰ ਵੱਲੋਂ ਇਹਨਾਂ ਬਾਰਡਰਾਂ ਦੇ ਉੱਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ, ਜਿਸ ਦੇ ਕਾਰਨ ਬਲਬੀਰ ਸਿੰਘ ਰਾਜੇਵਾਲ ਨੂੰ ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕਰਨੀ ਪਈ। ਬਲਬੀਰ ਸਿੰਘ ਰਾਜੇਵਾਲ ਵੱਲੋਂ ਆਪਣੀ ਕਾਨਫਰੰਸ ਕੀਤੀ ਗਈ ਹੈ ਚੰਡੀਗੜ੍ਹ। ਨਵਾਂ ਹੁਣ ਪ੍ਰੋਗਰਾਮ ਉਲੀਕਿਆ ਗਿਆ, ਕੀ ਹੈਗਾ ਰਾਜੇਵਾਲ ਸਾਹਿਬ? ਹੁਣ ਕੀ ਨਵਾਂ ਪ੍ਰੋਗਰਾਮ ਤੁਸੀਂ ਉਲੀਕਿਆ ਜਿਹੜਾ ਤੁਸੀਂ ਦੱਸ ਰਹੇ ਹੋ ਕਿ 2 ਤਰੀਕ ਤੋਂ ਫਿਰ ਜਿਹੜਾ ਅੰਦੋਲਨ ਇੱਕ ਵਾਰ ਨਵਾਂ ਮੋੜ ਲਏਗਾ? ਦੇਖੋ ਜੀ, ਉਹ ਤਾਂ ਹਾਲੇ ਜੋ ਅਸੀਂ ਫੈਸਲਾ ਕਰਦੇ ਅਸੀਂ ਅਨਾਉਂਸ ਕਰ ਦਿੰਦੇ ਹਾਂ ਨਾਲੋਂ ਨਾਲ ਪੀਸੀ ਕਰਕੇ। ਅੱਜ ਤਾਂ ਇਸ ਕਰਕੇ ਇੱਥੋਂ ਆ ਕੇ ਪੀਸੀ ਕੀਤੀ ਹੈ ਵੀ ਉੱਥੇ ਸਾਡਾ ਨੈੱਟ ਬੰਦ ਕੀਤਾ ਹੋਇਆ, ਹਰਿਆਣੇ 'ਚ ਨੈੱਟ ਬੰਦ ਕੀਤਾ ਹੋਇਆ ਸਰਕਾਰ ਨੇ, ਤੇ ਉਹ ਸਾਡੀ ਗੱਲ ਲੋਕਾਂ ਤੱਕ ਨਹੀਂ ਜਾਂਦੀ। ਸਰਕਾਰ ਆਪਣੇ ਚੈਨਲਾਂ ਰਾਹੀਂ ਅੱਧੀ ਗੱਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਪ੍ਰਚਾਰ ਲੋਕਾਂ 'ਚ ਪਹੁੰਚਾਈ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਦੱਸਣ ਲਈ ਇੱਥੇ ਆਉਣਾ ਪਿਆ। ਤੇ ਜਿਸ ਤਰੀਕੇ ਦਾ 26 ਤਰੀਕ ਨੂੰ ਜਿਹੜਾ ਢਾਹ ਲੱਗਿਆ ਅੰਦੋਲਨ ਨੂੰ, 26 ਜਨਵਰੀ ਨੂੰ, ਉਸ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਲੱਗਦਾ ਕਿ ਰਿਵਾਈਵ ਹੋਏਗਾ ਅੰਦੋਲਨ? ਹੋ ਗਿਆ ਰਿਵਾਈਵ, ਉਹ ਕੋਈ ਚਿੰਤਾ ਵਾਲੀ ਗੱਲ ਨਹੀਂ। 1-1.5 ਦਿਨ ਸੀ ਇਹ ਝਟਕਾ, ਪਰ ਲੋਕੀ ਫਿਰ ਉਸੇ ਤਰ੍ਹਾਂ ਉਸੇ ਜੋਸ਼ ਨਾਲ ਜਾਣਾ ਸ਼ੁਰੂ ਹੋ ਗਏ। ਪਰ ਸਰਕਾਰਾਂ ਨੇ ਹੁਣ ਜਿਸ ਤਰੀਕੇ ਨਾਲ ਚਾਲ ਚੱਲਣੀ ਸ਼ੁਰੂ ਕੀਤੀ, ਕੱਲ ਵੀ ਉੱਥੇ ਸਥਾਨਕ ਲੋਕਾਂ ਵੱਲੋਂ ਆ ਕੇ ਜਿਹੜਾ ਉਤਪਾਤ ਮਚਾ ਗਿਆ, ਹਿੰਸਾ ਹੋਈ ਹੈ ਕਾਫੀ, ਉਸ ਨੂੰ ਤੁਸੀਂ ਕਿਵੇਂ? ਅਸੀਂ ਉਹ ਤੋਂ ਚੌਕਸ ਹੋਏ ਹਾਂ, ਪਰ ਅਸੀਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਸਾਰਿਆਂ ਨੂੰ ਪੀਸਫੁਲ ਰਹਿਣ ਦੀ ਅਪੀਲ ਬਾਰ-ਬਾਰ ਕਰ ਰਹੇ ਹਾਂ। ਤੇ ਦੀਪ ਸਿੱਧੂ, ਲੱਖਾ ਸਿਧਾਣਾ ਨੂੰ ਹੁਣ ਕੀ ਮੋਰਚੇ ਦੇ ਆਸ-ਪਾਸ ਲਿਆਂਦਾ ਜਾਏਗਾ ਜਾਂ ਜਿਹੜਾ ਉਹਨਾਂ ਦੇ ਨਾਲ ਜਿਹੜੇ ਲਾਗੂ ਜੁੜੇ? ਮੰਗਾਂ ਦੀ ਗੱਲ ਹੈ, ਇੰਡੀਵਿਜੂਅਲਸ ਦੀ ਗੱਲ ਨਹੀਂ ਹੁੰਦੀ। ਤੇ ਹੁਣ ਸਹੀ ਰਾਹ ਤੇ ਤੁਸੀਂ ਮੰਨਦੇ ਹੋ ਕਿ ਸਹੀ ਰਾਹ ਤੇ ਫਿਰ ਪੈ ਗਿਆ? ਨਹੀਂ, ਮੈਂ ਅੰਦੋਲਨ ਸਹੀ ਰਾਹ ਤੇ ਆ ਗਿਆ। ਤੁਸੀਂ ਸੁਣਿਆ ਬਲਬੀਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਅੰਦੋਲਨ ਦੇ ਵਿੱਚ ਜ਼ਰੂਰ ਥੋੜੀ ਜੀ ਜਿਹੜੀ ਹੈ ਉਹ ਕਮੀ ਦੇਖਣ ਨੂੰ ਮਿਲੀ ਸੀ ਕਿ ਕਿਸਾਨ ਵਾਪਸ ਗਏ ਸੀ, ਲੇਕਿਨ ਹੁਣ ਇੱਕ ਵਾਰ ਫਿਰ ਜਿਹੜਾ ਅੰਦੋਲਨ ਰਿਵਾਈਵ ਹੋ ਗਿਆ ਹੈ। ਚੰਡੀਗੜ੍ਹ ਆ ਕੇ ਅੱਜ ਇਹਨਾਂ ਨੂੰ ਇਸ ਲਈ ਪ੍ਰੈਸ ਕਾਨਫਰੰਸ ਕਰਨੀ ਪਈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਜਿਹੜੇ ਬਾਰਡਰ ਏਰੀਆ ਦੇ ਵਿੱਚ ਜਿਹੜੇ ਇੰਟਰਨੈਟ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਇਹਨਾਂ ਦੀ ਗੱਲ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀ। ਤੇ ਅੱਜ ਇਹਨਾਂ ਨੇ ਇੱਥੇ ਆ ਕੇ ਕਿਹਾ ਕਿ 2 ਫਰਵਰੀ ਤੋਂ ਇੱਕ ਵਾਰ ਫਿਰ ਅੰਦੋਲਨ ਜਿਹੜਾ ਜ਼ੋਰ ਫੜੇਗਾ ਤੇ ਜਿਹੜੇ ਲੋਕ ਵਾਪਸ ਆਏ ਨੇ ਉਹਨਾਂ ਵੱਲੋਂ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉੱਥੇ ਵਾਪਸ ਪਹੁੰਚਣ। ਤੇ ਹੁਣ ਜਿਹੜਾ ਅੰਦੋਲਨ ਹੈ ਆਪਣੇ ਸਹੀ ਰਾਹ ਤੇ ਜਾ ਰਿਹਾ ਹੈ ਤੇ ਪੂਰੀ ਉਮੀਦ ਹੈ ਛੇਤੀ ਹੀ ਇਸ ਦੇ ਉੱਤੇ ਕੋਈ ਜਿਹੜਾ ਉਹ ਨਿਕਲੇਗਾ। ਸਰਕਾਰ ਇਹਨਾਂ ਦੀ ਮੰਗਾਂ ਜ਼ਰੂਰ ਮੰਨੇਗੀ ਤੇ ਅੰਦੋਲਨ ਇਸੇ ਤਰੀਕੇ ਨਾਲ ਅੱਗੇ ਜਾਰੀ ਰਹੇਗਾ। ਅੰਦੋਲਨ ਦੇ ਵਿੱਚ ਕੋਈ ਜਿਹੜੀ ਹੈ ਕਮੀ ਨਹੀਂ ਲਿਆਂਦੀ ਜਾਵੇਗੀ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਲਾਲ ਕਿਲੇ ਉੱਪਰ ਹੋਈ ਹਿੰਸਾ ਤੋਂ ਬਾਅਦ ਕੇਂਦਰ ਦੀ ਸਰਕਾਰ ਵੱਲੋਂ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਨਾਲ ਹੀ ਗਾਜ਼ੀਪੁਰ ਬਾਰਡਰ ਦੇ ਉੱਤੇ 2 ਦਿਨ ਦੇ ਲਈ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਸਮੇਂ ਦੌਰਾਨ ਉੱਥੇ ਹੋ ਰਹੀ ਹਲਚਲ ਦੇ ਬਾਰੇ ਜਾਣਕਾਰੀ ਨਹੀਂ ਮਿਲ ਪਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 31 ਜਨਵਰੀ ਰਾਤ 11 ਵਜੇ ਤੱਕ ਇਹ ਇੰਟਰਨੈਟ ਸੇਵਾ ਬੰਦ ਰਹੇਗੀ। ਕਿਸਾਨੀ ਸੰਘਰਸ਼ ਅਤੇ ਕੇਂਦਰ ਸਰਕਾਰ ਦੇ ਵਿੱਚ ਲਗਾਤਾਰ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ। ਉੱਥੇ ਦਿੱਲੀ ਪੁਲਿਸ ਦੇ ਵੱਲੋਂ ਅਣਸੁਖਾਵੀ ਘਟਨਾ ਨਾ ਵਾਪਰਨ ਦੇ ਆਦੇਸ਼ਾਂ ਦੇ ਚੱਲਦਿਆਂ ਸਿੰਘੂ, ਟਿਕਰੀ, ਗਾਜ਼ੀਪੁਰ ਬਾਰਡਰ ਦੇ ਨੇੜਲੇ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਦੱਸਦੇ ਕਿ 29 ਜਨਵਰੀ ਤੋਂ ਲੈ ਕੇ 31 ਜਨਵਰੀ ਰਾਤ 11 ਵਜੇ ਤੱਕ ਇਹਨਾਂ ਸਾਰਿਆਂ ਬਾਰਡਰਾਂ ਤੇ ਇੰਟਰਨੈਟ ਸੇਵਾ ਤੇ ਟੈਲੀਕਾਮ ਸੇਵਾ ਬੰਦ ਰਹੇਗੀ। 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਦਿੱਲੀ 'ਚ ਮਾਹੌਲ ਖਰਾਬ ਹੋ ਗਿਆ ਤੇ ਦਿੱਲੀ ਪੁਲਿਸ ਤੇ ਕਿਸਾਨ ਆਮਣੇ-ਸਾਹਮਣੇ ਟਕਰਾ ਗਏ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਨੇ ਅਤੇ ਰੈਪਿਡ ਐਕਸ਼ਨ ਫੋਰਸ ਤੈਨਾਤ ਕਰ ਦਿੱਤੀ ਹੈ। ਹਾਲਾਂਕਿ ਇਹ ਅੰਦੇਸ਼ਾ ਲਗਾਇਆ ਜਾ ਰਿਹਾ ਸੀ ਕਿ ਗਾਜ਼ੀਪੁਰ ਬਾਰਡਰ ਤੋਂ ਕਿਸਾਨੀ ਧਰਨਾ ਚੁਕਵਾ ਦਿੱਤਾ ਗਿਆ, ਪਰ 2 ਦਿਨਾਂ 'ਚ ਹੀ ਹਜ਼ਾਰਾਂ ਦੀ ਸੰਖਿਆ 'ਚ ਕਿਸਾਨ ਉੱਥੇ ਪਹੁੰਚ ਗਏ। 26 ਜਨਵਰੀ ਦੀ ਪਰੇਡ ਲਈ ਦਿੱਲੀ ਰਵਾਨਾ ਹੋਏ ਮੋਗਾ ਦੇ ਇੱਕ ਪਿੰਡ ਦੇ ਨੌਜਵਾਨ ਲਾਪਤਾ ਦੱਸੇ ਜਾ ਰਹੇ ਨੇ। ਲਾਪਤਾ ਇਸ ਤਰ੍ਹਾਂ ਨੌਜਵਾਨਾਂ ਦੇ ਫੋਨ ਬੰਦ ਆ ਰਹੇ ਨੇ, ਜਿਸ ਤੋਂ ਬਾਅਦ ਪਿੰਡ ਵਾਸੀ ਤੇ ਇਹਨਾਂ ਦੇ ਘਰ ਦੇ ਪਰੇਸ਼ਾਨ ਤੇ ਡਰੇ ਹੋਏ ਨੇ। ਦੱਸ ਦਈਏ ਕਿ 26 ਤਰੀਕ ਦੀ ਹਿੰਸਾ ਤੋਂ ਬਾਅਦ ਕਈ ਨੌਜਵਾਨ ਲਾਪਤਾ ਦੱਸੇ ਜਾ ਰਹੇ ਨੇ।
26 ਜਨਵਰੀ ਦੀ ਕਿਸਾਨ ਪਰੇਡ ਨੇ ਮੋਗਾ ਦੇ ਪਿੰਡ ਤਤਾਰੀਆਵਾਲਾ ਨੂੰ ਚਿੰਤਾ ਚ ਪਾ ਦਿੱਤਾ ਹੈ, ਜਿੱਥੋਂ ਦੇ 12 ਨੌਜਵਾਨ ਲਾਪਤਾ ਨੇ। ਕਿਸੇ ਨੌਜਵਾਨ ਦੇ ਘਰ 'ਚ ਇਕੱਲੀ ਰਹਿੰਦੀ ਬਜ਼ੁਰਗ ਮਾਂ ਆਪਣੇ ਪੁੱਤ ਦੀ ਰਾਹ ਦੇਖ ਰਹੀ ਹੈ ਤਾਂ ਕਿਸੇ ਨੌਜਵਾਨ ਦੀ ਅਪਾਹਜ ਪਤਨੀ ਆਪਣੇ ਪਤੀ ਦੇ ਥੋ ਪਤੇ ਲਈ ਦਿੱਲੀ ਪੁਲਿਸ ਦੇ ਅੱਗੇ ਗੁਹਾਰ ਲਗਾ ਰਹੀ ਹੈ। ਦਰਅਸਲ ਕਿਸਾਨ ਜਥੇਬੰਦੀਆਂ ਦੀ ਅਪੀਲ ਤੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਤਤਾਰੀਆਵਾਲਾ ਤੋਂ ਕੁਝ ਨੌਜਵਾਨ 26 ਜਨਵਰੀ ਦੀ ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਪਿੰਡ ਤੋਂ 23 ਜਨਵਰੀ ਨੂੰ ਹੀ ਚੱਲ ਪਏ ਸਨ, ਜਿਨ੍ਹਾਂ ਦਾ 26 ਜਨਵਰੀ ਤੋਂ ਬਾਅਦ ਕੋਈ ਥੋ ਪਤਾ ਹੀ ਨਹੀਂ ਲੱਗ ਰਿਹਾ। ਲਾਪਤਾ ਹੋਏ ਇਹਨਾਂ ਨੌਜਵਾਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ, ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ, ਜਗਦੀਸ਼ ਸਿੰਘ ਪੁੱਤਰ ਕਰਮ ਸਿੰਘ, ਨਵਦੀਪ ਸਿੰਘ ਪੁੱਤਰ ਜਸਵੰਤ ਸਿੰਘ, ਬਲਤੀਰ ਸਿੰਘ ਪੁੱਤਰ ਮੇਜਰ ਸਿੰਘ, ਭਾਗ ਸਿੰਘ ਪੁੱਤਰ ਕਰਤਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਇਸ ਦੇ ਨਾਲ ਰਣਜੀਤ ਸਿੰਘ ਪੁੱਤਰ ਲਾਹੌਰਾ ਸਿੰਘ, ਰਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਨਾਂ ਸ਼ਾਮਲ ਨੇ। ਇਸ ਬਾਰੇ ਗੱਲ ਕਰਦਿਆਂ ਆਪਣੇ ਪਤੀ ਦੀ ਉਡੀਕ ਕਰ ਰਹੀ ਗੁਰਜੀਤ ਕੌਰ ਦਾ ਆਖਣਾ ਹੈ ਕਿ 23 ਜਨਵਰੀ ਨੂੰ ਹੀ ਉਸ ਦਾ ਪਤੀ ਦਿੱਲੀ ਦੇ ਲਈ ਚੱਲ ਪਿਆ ਸੀ, ਪਰ 26 ਜਨਵਰੀ ਤੋਂ ਉਸ ਦਾ ਕੋਈ ਵੀ ਸੰਪਰਕ ਆਪਣੇ ਪਤੀ ਦੇ ਨਾਲ ਨਹੀਂ ਹੋਇਆ। ਉਸ ਨੂੰ ਸ਼ੱਕ ਹੈ ਕਿ ਸ਼ਾਇਦ ਦਿੱਲੀ ਹਿੰਸਾ ਤੋਂ ਬਾਅਦ ਉਸ ਦੇ ਪਤੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਹਾਂਜੀ ਸਰ, ਇੱਥੋਂ ਤਾਂ ਵੀ 23 ਤਰੀਕ ਦੇ ਗਏ ਹੋਏ ਆ ਸਰ, ਤੇ ਉੱਥੇ ਜਾ ਕੇ ਤੇ ਪਤਾ ਨਹੀਂ ਗਾ ਕਿੱਥੇ ਆ ਕਿੱਥੇ ਨਹੀਂ, ਤੇ ਉਹ ਗਏ ਸੀਗੇ ਕਿਸਾਨਾਂ ਦੇ ਹੱਕ 'ਚ। ਹਾਂਜੀ, ਤੇ ਹੁਣ ਆਏ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਆ, ਤੇ ਉੱਥੇ ਗਲਤ ਰਾਹ ਵੀ ਪੁਲਿਸ ਨਹੀਂ ਪਾਏ ਆ ਉਧਰੋਂ ਮੁੜ ਕੇ ਆਉਂਦੇ ਹੋਏ, ਤੇ ਕੋਈ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਹੈਗਾ, ਤੇ ਇਹ ਸਭ ਪੁਲਿਸ ਦੀ ਕਾਰਸਤਾਨੀ ਹੈ ਸਰ। ਹਾਂਜੀ ਸਰ, ਸਾਡੇ ਬੰਦੇ ਛਡਾਏ ਜਾਣ, ਸਾਡੇ ਬੰਦੇ ਪਤਾ ਲੱਗੇ ਸਾਨੂੰ ਕਿੱਥੇ ਆ ਕਿੱਥੇ ਨਹੀਂ, ਕਿਉਂਕਿ ਪਤਾ ਨਹੀਂ ਲੱਗ ਰਿਹਾ ਕਿਤੇ ਵੀ ਕਿਸੇ ਗੱਲ ਦਾ ਵੀ। ਹਾਂਜੀ, ਅਸੀਂ ਕਬੀਲਦਾਰ ਬੰਦੇ ਸਰ, ਛੋਟੇ ਛੋਟੇ ਸਾਡੇ ਬੱਚੇ ਆ, ਤੇ ਹੁਣ ਅਸੀਂ ਕੀ ਕਰੀਏ। ਜਦਕਿ ਦੂਸਰੇ ਪਾਸੇ ਹਰਜਿੰਦਰ ਸਿੰਘ ਦੀ ਮਾਤਾ ਨੇ ਵੀ ਰੋਂਦਿਆਂ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਮਤਲਬ ਤੁਹਾਡਾ ਵੀ ਕੋਈ ਘਰ ਦਾ ਮੈਂਬਰ ਦਿੱਲੀ ਗਿਆ ਸੀ ਧਰਨੇ ਤੇ? ਹਾਂਜੀ, ਮੇਰਾ ਛੋਟਾ ਬੇਟਾ ਗਿਆ ਸੀਗਾ, ਉਹ 23 ਤਰੀਕ ਦਾ ਗਿਆ ਸੀਗਾ ਜੀ, ਤੇ ਹਜੇ ਤੱਕ ਉਹਦਾ ਕੋਈ ਨਹੀਂ ਪਤਾ ਲੱਗਾ। ਕੱਲੀ ਮੈਂ ਘਰੇ ਆ, ਮੇਰੇ ਸਿਰ ਤੇ ਕੋਈ ਬੰਦਾ ਵੀ ਹੈ ਨਹੀਂਗਾ, 4 ਮੇਰੇ ਘਰੇ ਪਸ਼ੂ ਰੱਖੇ ਆ, ਤੇ ਮੈਂ ਬਹੁਤ ਔਖੀ ਆ, ਤੇ ਮੇਰੇ ਮੁੰਡੇ ਦਾ ਕੁਝ ਨਹੀਂ ਪਤਾ ਲੱਗਦਾ। ਕੀ ਨਾਮ ਹੈ ਮੁੰਡੇ ਦਾ? ਮੁੰਡੇ ਦਾ ਹਰਜਿੰਦਰ ਸਿੰਘ ਹੈ। ਸਾਡਾ ਕੋਈ ਕਿਸੇ ਨਾਲ ਲਾਗਾ ਦੇਗਾ ਨਹੀਂਗਾ, ਕੋਈ ਅਸੀਂ ਪਾਰਟੀ ਤੇ ਰਾਬਤਾ ਵੀ ਨਹੀਂ ਹੋਇਆ? ਨਹੀਂ, ਕੋਈ ਸਾਡੀ ਗੱਲ ਨਹੀਂ ਹੋਈ। ਜਥੇਬੰਦੀ ਆ ਸਾਡੇ ਨਾਲ ਅਪੀਲ ਕਰਨਾ ਚਾਹੋ? ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਵੀ ਮੇਰਾ ਮੁੰਡਾ ਛੇਤੀ ਤੋਂ ਛੇਤੀ ਘਰੇ ਆ ਜੇ, ਅਸੀਂ ਬਹੁਤ ਔਖੇ ਹਾਂ ਘਰੇ, ਕੋਈ ਉਹਦਾ ਪਤਾ ਵੀ ਨਹੀਂ ਲੱਗਦਾ ਕਿੱਥੇ ਆ, ਵੀ ਕਿਹੜੀ ਜੇਲ੍ਹ 'ਚ ਹੈ। ਇਸੇ ਦੌਰਾਨ ਮੌਜੂਦ ਪਿੰਡ ਵਾਲਿਆਂ ਦਾ ਵੀ ਆਖਣਾ ਹੈ ਕਿ ਲਾਪਤਾ ਨੌਜਵਾਨਾਂ ਦੇ ਕਰਕੇ ਪੂਰਾ ਪਿੰਡ ਚਿੰਤਾ ਦੇ ਵਿੱਚ ਹੈ, ਇਸ ਲਈ ਉਹਨਾਂ ਬਾਰੇ ਦਿੱਲੀ ਪੁਲਿਸ ਅਤੇ ਉੱਥੇ ਬੈਠੀਆਂ ਕਿਸਾਨ ਜਥੇਬੰਦੀਆਂ ਜਲਦ ਤੋਂ ਜਲਦ ਪਰਿਵਾਰਾਂ ਨੂੰ ਸੂਚਿਤ ਕਰੇ। ਸਾਡੇ ਬੰਦੇ ਪਿੰਡ ਦੇ ਜੀ 12 ਬੰਦੇ ਟੋਟਲ ਸੀ, 2 ਟਰੈਕਟਰ ਸਾਡੇ ਪਿੰਡ ਦੇ, 1 ਹਰਿਆਣੇ ਦਾ। ਅਸੀਂ ਉਹ ਵੇਖਿਆ ਵੀ ਉਹ 26 ਤਰੀਕ ਨੂੰ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਗਲਤ ਰਾਹ ਪੈ ਗਏ। ਉਹ ਹਜੇ ਤਾਈਂ ਉਹਨਾਂ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ। ਜੇ ਪ੍ਰਸ਼ਾਸਨ ਨੇ ਉਹਨੇ ਹੱਥ 'ਚ ਕੀਤੇ ਆ ਤਾਂ ਉਹਨਾਂ ਤੋਂ ਇੱਕ ਕਾਲ ਤਾਂ ਲਵਾ ਦਿੰਦੇ। ਕਿਸੇ ਦੇ ਘਰੇ ਕੋਈ ਫੋਨ ਨਹੀਂ ਆਇਆ, ਸਾਰਿਆਂ ਦੇ ਫੋਨ ਸਵਿਚ ਆਫ ਆ। ਸਾਡੀ ਸਾਰੇ ਸਮੂਹਕ ਜਥੇਬੰਦੀਆਂ ਨੂੰ ਇਹ ਬੇਨਤੀ ਆ, ਭਾਵੇਂ ਉਹ ਰਾਜੇਵਾਲ ਗਰੁੱਪ ਆ, ਭਾਵੇਂ ਉਹ ਉਗਰਾਹਾਂ ਗਰੁੱਪ ਆ, ਸਾਡੀ ਸਾਰਿਆਂ ਅੱਗੇ ਰਿਕਵੈਸਟ ਆ ਭਾਈ, ਅਸੀਂ ਸਮੂਹ ਇਕੱਠ ਨੂੰ ਲੈ ਕੇ ਚੱਲੇ ਸੀ। ਸਮੂਹ ਜਥੇਬੰਦੀਆਂ ਨੇ ਸਾਡੀ ਇਹ ਬੇਨਤੀ ਆ ਵੀ ਸਾਡੇ ਉਹ 12 ਬੰਦਿਆਂ ਦਾ ਕੋਈ ਥੋ ਪਤਾ ਦਿੱਤਾ ਜਾਵੇ, ਕਿਹੜੇ ਥਾਣੇ 'ਚ ਆ, ਕਿੱਥੇ ਆ ਕਿੱਥੇ ਨਹੀਂ। ਸਾਡਾ ਪਿੰਡ ਇਸ ਗੱਲੋਂ ਪਰੇਸ਼ਾਨ ਆ। ਉਹ ਬੰਦੇ ਕਿਸਾਨ ਸੀ, ਨਾ ਕਿ ਕੋਈ ਆਗੂ ਸੀ, ਨਾ ਉਹ ਅੱਤਵਾਦੀ ਸੀ। ਪਿੰਡ ਵਾਲਿਆਂ ਦਾ ਇਹ ਵੀ ਆਖਣਾ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਪੂਰਾ ਪਿੰਡ ਸਹਿਮਿਆ ਹੋਇਆ ਹੈ। ਇਹ ਸਾਰੇ ਦੇ ਸਾਰੇ ਨੌਜਵਾਨ ਆਮ ਕਿਸਾਨ ਹੀ ਨੇ, ਜਿਨ੍ਹਾਂ ਦਾ ਹਿੰਸਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ, ਪਰ ਫਿਰ ਵੀ ਜੇਕਰ ਦਿੱਲੀ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਉਹਨਾਂ ਬਾਰੇ ਪਰਿਵਾਰਾਂ ਨੂੰ ਜ਼ਰੂਰ ਦੱਸਿਆ ਜਾਵੇ ਅਤੇ ਉਹਨਾਂ ਨੂੰ ਰਿਹਾ ਵੀ ਕੀਤਾ ਜਾਵੇ। ਉੱਥੇ ਹੀ ਲਾਪਤਾ ਹੋਏ ਇਹਨਾਂ ਨੌਜਵਾਨਾਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਨੌਜਵਾਨ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਏ ਗਏ ਨੇ ਤੇ ਹੁਣ ਇਸ ਵੇਲੇ ਇਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਇਸੇ ਦੌਰਾਨ ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਹੋਰ ਵੀ ਕੋਈ ਨੌਜਵਾਨ ਇਸ ਦੌਰਾਨ ਲਾਪਤਾ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਦਿੱਤੀ ਜਾਵੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ
ਕੱਲ ਤੋਂ ਇੱਕ WhatsApp ਦੇ ਉੱਤੇ ਬੱਚਿਆਂ ਦੀ ਜਾਣਕਾਰੀ ਮਿਲੀ, ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਉਸ ਨੂੰ ਬੜੀ ਚਿੰਤਾ ਕੀਤੀ ਕਿ 11 ਬੱਚੇ ਜਿਹੜੇ ਕਿ ਮੋਗੇ ਦੇ ਨੇ ਉਹ ਲਾਪਤਾ ਨੇ। ਜਿਸ ਦਿਨ ਤੋਂ 26 ਤਰੀਕ ਤੋਂ ਇਹ ਦਿੱਲੀ ਦੇ ਅੰਦਰ ਮਾਰਚ ਹੋਈ ਔਰ ਉਹ ਹਿੰਸਕ ਹੋਈ, ਉਸ ਦੀ ਅਸੀਂ ਮੈਂ ਹੁਣੇ ਸਾਰੀ ਜਾਣਕਾਰੀ ਜੁਆਇੰਟ CP ਨਾਲ ਗੱਲ ਕਰਕੇ ਇੱਥੋਂ ਦੇ ਜਾਣਕਾਰੀ ਲਈ। ਇਹਨਾਂ ਨੂੰ ਨਾਂਗਲੋਈ ਪੁਲਿਸ ਸਟੇਸ਼ਨ ਦੇ ਅੰਦਰ ਅਰੈਸਟ ਕੀਤਾ ਗਿਆ ਸੀਗਾ ਔਰ ਹੁਣ ਇਹਨਾਂ ਨੂੰ ਤਿਹਾੜ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ। ਸਭ ਤੋਂ ਪਹਿਲਾਂ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ, ਮੈਂ ਸਵੇਰ ਦਾ ਇਸੇ ਕੰਮ ਲੱਗਾ, ਸਵੇਰ ਦੇ ਬਹੁਤ ਸਾਰੇ ਫੋਨ, ਕੋਈ ਨਰੇਲਾ ਤੋਂ ਕੋਲੀਪੁਰ ਬੰਦੇ ਫੜੇ ਹੋਏ ਨੇ, ਕੋਈ ਨਰੇਲਾ ਚ ਮੁੰਡੇ ਫੜੇ ਹੋਏ ਨੇ, ਜਗ੍ਹਾ ਜਗ੍ਹਾ ਨੇ ਔਰ ਉਹਨਾਂ ਦੀ ਸਭ ਦੀ ਪੈਰਵਾਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰ ਰਹੀ ਆ। ਮੈਂ ਸਭ ਨੂੰ ਇੱਕ ਪਹਿਲਾਂ ਇਹ ਬੇਨਤੀ ਕਰਨਾ ਚਾਹੁੰਦਾ, ਤੁਹਾਡੀ ਜਾਣਕਾਰੀ 'ਚ ਕੋਈ ਵੀ ਐਸਾ ਕੇਸ ਆਉਂਦਾ ਏ, ਕੋਈ ਬੱਚਾ ਮਿਸਿੰਗ ਆ, ਕਿਸ ਦੇ ਬਾਰੇ 'ਚ ਪਤਾ ਨਹੀਂ ਲੱਗ ਰਿਹਾ, ਉਹ ਸਾਡੀ ਜਾਣਕਾਰੀ ਜ਼ਰੂਰ ਲੈ ਕੇ ਆਓ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣਾ ਇੱਕ ਲੀਗਲ ਹੈੱਡ ਦਾ ਪੈਨਲ ਬਣਾਇਆ ਹੈ, ਜਿਹਦੇ ਅੰਦਰ ਐਡਵੋਕੇਟ ਜ਼ਿੰਮੇਵਾਰ ਲੋਕ ਪਾਏ ਗਏ ਨੇ। ਕਿਸਾਨਾਂ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 73ਵੀਂ ਬਰਸੀ ਮੌਕੇ ਸਦਭਾਵਨਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ, ਜਿਸ ਦੇ ਚਲਦੇ ਉਹਨਾਂ ਵੱਲੋਂ ਪੂਰਾ ਦਿਨ ਭੁੱਖ ਹੜਤਾਲ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਜੰਗ ਜਾਰੀ ਹੈ ਤੇ ਦੋਨਾਂ ਧਿਰਾਂ ਵੱਲੋਂ ਆਪਣੇ ਆਪਣੇ ਢੰਗ ਦੇ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮਹਾਤਮਾ ਗਾਂਧੀ ਦੀ 73ਵੀਂ ਬਰਸੀ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ, ਉੱਥੇ ਕਿਸਾਨਾਂ ਵੱਲੋਂ ਸਦਭਾਵਨਾ ਦਿਵਸ ਮਨਾਉਂਦੇ ਹੋਏ ਭੁੱਖ ਹੜਤਾਲ ਕੀਤੀ ਗਈ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ਉੱਪਰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ, ਜਿਸ ਵਿੱਚ ਉਹਨਾਂ ਦੇਸ਼ ਦੇ ਲੋਕਾਂ ਨੂੰ ਹਿੱਸਾ ਪਾਉਣ ਦੀ ਅਪੀਲ ਕੀਤੀ, ਜਿਸ ਦਾ ਪਾਲਣ ਕਰਦੇ ਹੋਏ ਕਿਸਾਨਾਂ ਵੱਲੋਂ ਅੱਜ ਸਾਰਾ ਦਿਨ ਭੁੱਖ ਹੜਤਾਲ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਕਿਸਾਨ ਸਦਭਾਵਨਾ ਦਿਵਸ ਮਨਾ ਰਹੇ ਹਨ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਬਰਸੀ ਮੌਕੇ ਰਾਜਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ। ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਾਤਮਾ ਗਾਂਧੀ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ, ਮੈਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਇੱਕ ਧੰਨਵਾਦੀ ਰਾਸ਼ਟਰ ਦੀ ਤਰਫੋਂ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਨੂੰ ਸ਼ਾਂਤੀ, ਅਹਿੰਸਾ, ਸਾਦਗੀ, ਸਾਧਨਾ ਦੀ ਸ਼ੁੱਧਤਾ ਅਤੇ ਨਿਰਮਤਾ ਨਾਲ ਉਹਨਾਂ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਓ ਅਸੀਂ ਉਹਨਾਂ ਦੇ ਸੱਚਾਈ ਅਤੇ ਪਿਆਰ ਦੇ ਮਾਰਗ ਤੇ ਚੱਲਣ ਦਾ ਵਾਅਦਾ ਕਰੀਏ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਬਰਸੀ ਮੌਕੇ ਨਮਨ ਕੀਤਾ। ਉੱਥੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਬਾਪੂ ਨੂੰ ਉਹਨਾਂ ਦੀ ਬਰਸੀ ਤੇ ਯਾਦ ਕੀਤਾ। ਰਾਹੁਲ ਗਾਂਧੀ ਨੇ ਵੀਡੀਓ ਦੇ ਨਾਲ ਮਹਾਤਮਾ ਗਾਂਧੀ ਦੇ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ਸੱਚਾਈ ਲੋਕਾਂ ਦੇ ਸਮਰਥਨ ਤੋਂ ਬਿਨਾਂ ਖੜੀ ਰਹਿੰਦੀ ਹੈ, ਇਹ ਸਵੈ ਨਿਰਭਰ ਹੈ। ਲਾਲ ਕਿਲੇ ਦੀ ਹਿੰਸਾ ਵਾਲੀ ਘਟਨਾ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਇਸ ਉੱਪਰ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਦੇ ਚਲਦੇ ਅਕਾਲੀ ਨੇਤਾ ਬੰਟੀ ਰੋਮਾਣਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਪਿੱਛੇ BJP ਸਰਕਾਰ ਦਾ ਹੱਥ ਹੈ। ਇਸ ਕਰਕੇ ਨਹੀਂ ਰੋਏ ਕਿ ਸਰਕਾਰ ਨੇ ਡਰਾ ਲਿਆ ਉਹਨਾਂ ਨੂੰ, ਉਹ ਇਸ ਕਰਕੇ ਰੋਏ ਕਿ ਅੱਜ ਦੇ ਹਿੰਦੁਸਤਾਨ ਦਾ ਹਾਲ ਕੀ ਹੈ। ਸਾਡੀ ਸਰਕਾਰ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਇਸ ਮੁਲਕ ਦੀ, ਉਹ ਅੰਗਰੇਜ਼ਾਂ ਨਾਲੋਂ ਵੀ ਬੱਤਰ ਹੋ ਗਈ ਹੈ। ਭਰਾ ਨੂੰ ਭਰਾ ਨਾਲ ਲੜਾਉਣ ਲੱਗ ਗਏ, ਇਸ ਕਰਕੇ ਰੋਏ। ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਲੱਗ ਗਏ, ਇਸ ਕਰਕੇ ਰੋਏ। ਕਿਸਾਨੀ ਗਵਾਂਢੀ ਸੂਬਿਆਂ ਨੂੰ ਲੜਾਉਣ ਲੱਗ ਗਏ, ਕਮਿਊਨਿਟੀਜ਼ ਨੂੰ ਲੜਾਉਣ ਤੇ ਹੋ ਗਏ, ਇਸ ਕਰਕੇ ਉਹ ਭਾਵਕ ਹੋ ਕੇ ਰੋਏ। ਪਰ ਉਹਨਾਂ ਦੇ ਜਿਹੜੇ ਹੰਝੂ ਸੀ, ਅੱਜ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਵੱਡੀ ਜਾਨ ਵਿੱਚ ਪਾਈ ਹੈ। ਤੇ ਕੇਂਦਰ ਦੀ ਸਰਕਾਰ ਮਤ ਭੁਲੇਖੇ ਵਿੱਚ ਰਵੇ, ਮਤ ਮੁਗਾਜ਼ ਦੇ ਵਿੱਚ ਰਵੇ। ਇਹ ਅੰਦੋਲਨ ਜ਼ਬਰ ਜ਼ੁਲਮ ਨਾਲ ਖਤਮ ਹੋਣ ਵਾਲਾ ਨਹੀਂ ਹੈ। ਜਿੰਨਾ ਦਬਾਉਣਗੇ, ਮੈਂ ਪਹਿਲੇ ਦਿਨੋਂ ਕਹਿੰਦਾ ਆ ਰਿਹਾ, ਯੂਥ ਅਕਾਲੀ ਦਲ ਦੇ ਨੁਮਾਇੰਦੇ, ਸਾਡੇ ਮੁੰਡੇ, ਸਾਡੇ ਸਾਥੀ ਬੜੀ ਵੱਡੀ ਗਿਣਤੀ 'ਚ ਉੱਥੇ ਬੈਠੇ, ਮੈਂ ਉਦੋਂ ਵੀ ਗੱਲ ਉੱਥੇ ਵੀ ਉਹਨਾਂ ਨਾਲ ਕੀਤੀ ਸੀ। ਜਿੰਨਾ ਕੇਂਦਰ ਸਰਕਾਰ ਜ਼ੁਲਮ ਨਾਲ, ਜ਼ਬਰ ਨਾਲ, ਧੱਕੇ ਨਾਲ ਇਸ ਅੰਦੋਲਨ ਨੂੰ ਦਬਾਉਣ ਤੇ ਖਤਮ ਕਰਨ ਦੀ ਕੋਸ਼ਿਸ਼ ਕਰੂਗੀ, ਓਡੇ ਤਕੜੇ ਹੋ ਕੇ ਟੱਕਰਾਂਗੇ। ਅਸੀਂ ਵਾਇਲੈਂਸ ਨਹੀਂ ਚਾਹੁੰਦੇ, ਅਸੀਂ ਹਿੰਸਾ ਨਹੀਂ ਚਾਹੁੰਦੇ, ਪਰ ਕੇਂਦਰ ਸਾਨੂੰ ਕਮਜ਼ੋਰ ਨਾ ਸਮਝੇ ਕਿਸੇ ਪਾਸਿਓਂ। ਮੈਂ ਅੱਜ ਕੇਂਦਰ ਦੀਆਂ ਕੋਝੀਆਂ ਚਾਲਾਂ ਦਾ ਮੁਕਾਬਲਾ ਕਰਨ ਵਾਸਤੇ, ਟਾਕਰਾ ਦੇਣ ਵਾਸਤੇ ਮੈਂ ਯੂਥ ਅਕਾਲੀ ਦਲ ਦੇ ਹਰ ਇੱਕ ਨੁਮਾਇੰਦੇ ਨੂੰ ਕਹਿੰਦਾ, ਵੱਡੀ ਗਿਣਤੀ 'ਚ ਤੁਸੀਂ ਪਹਿਲਾਂ ਵੀ ਟਿੱਕਰੀ ਤੇ ਸਿੰਘੂ ਬੈਠੇ ਹੋ, ਗਾਜ਼ੀਪੁਰ ਵੀ ਜਾਣਾ, ਉੱਥੇ ਵੀ ਜਾਓ। ਜਿਹੜੇ ਰੂਟੀਨ 'ਚ ਵੀ ਇੱਥੇ ਵਾਪਸ ਆਏ ਹੈ, ਹੁਣ ਤਾਂ ਫੌਜੀਆਂ ਵਾਂਗੂ ਜਿਵੇਂ ਲੀਵ ਕੈਂਸਲ, ਸਭ ਪਹੁੰਚੋ ਉੱਥੇ।
ਜਿੱਥੇ ਇੱਕ ਪਾਸੇ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਦੇ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ, ਜੋ ਕਿ 3 ਫਰਵਰੀ ਤੱਕ ਚੱਲੇਗੀ ਤੇ ਇਹ ਚੋਣਾਂ 14 ਫਰਵਰੀ ਨੂੰ ਕੀਤੀਆਂ ਜਾਣਗੀਆਂ। ਲੋਕਲ ਬੋਡੀਜ਼ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ, ਜਿਸ ਦੀ ਆਖਰੀ ਤਾਰੀਖ 3 ਫਰਵਰੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 5 ਫਰਵਰੀ ਰੱਖੀ ਗਈ ਹੈ ਅਤੇ ਇਸੇ ਹੀ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ। ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਇਸੇ ਨੂੰ ਹੀ ਲੈ ਕੇ ਹੁਣ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਉਮੀਦਵਾਰ ਵੀ ਸਰਗਰਮ ਹੋ ਗਏ ਨੇ। ਦੱਸਦੇ ਕਿ ਜਲੰਧਰ ਦੇ ਆਦਮਪੁਰ, ਅਲਾਵਲਪੁਰ, ਕਰਤਾਰਪੁਰ, ਨਕੋਦਰ, ਨੂਰ ਮਹਿਲ, ਫਿਲੌਰ, ਲੋਹੀਆਂ ਖਾਸ ਅਤੇ ਮਹਿਤਪੁਰ ਦੇ ਵਿੱਚ ਚੋਣਾਂ ਹੋਣ ਗਈਆਂ ਅਤੇ ਲੋਕਲ ਬੋਡੀਜ਼ ਦੀਆਂ ਚੋਣਾਂ ਦੇ ਮੈਦਾਨ ਦੇ ਵਿੱਚ ਉਤਰੇ ਉਮੀਦਵਾਰ 12 ਫਰਵਰੀ ਦੀ ਸ਼ਾਮ 5 ਵਜੇ ਤੱਕ ਹੀ ਚੋਣ ਪ੍ਰਚਾਰ ਕਰ ਸਕਣਗੇ। 26 ਜਨਵਰੀ ਦੀ ਹਿੰਸਾ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ ਸਨ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ। ਇਨ੍ਹਾਂ ਜ਼ਖਮੀ ਹੋਏ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਉਹਨਾਂ ਤੇ ਹਮਲਾ ਕਰਨ ਵਾਲੇ ਕਿਸਾਨ ਨਹੀਂ ਬਲਕਿ ਸ਼ਰਾਰਤੀ ਅਨਸਰ ਸਨ। मेरे पेट में चोट है, ट्रैक्टर का पहिया चढ़ा दिया ऊपर, आगे का जो पहिया होता है सर, और पैर में सर लठ बजाए बहुत, फिर खाई में कूदा सर, खाई में कूद के अपनी जान बचाई, नहीं तो सर मार ही देते वो तो सर। अभी आईटीओ थे या लाल किले पे? लाल किले पे सर, मेन गेट पे बिल्कुल। जी सर। पैर हम देख रहे हैं। अच्छा, ये पैर में चोट है और पेट में चोट। फिर सर ट्रैक्टर चढ़ा दिया था उन्होंने सर, तो पेट में बहुत दिक्कत है सर। वो लोग कह रहे हैं कि वहाँ उपद्रवी आ गए थे, हम लोग नहीं थे, इस तरह के बयान आ रहे हैं। आपने क्या देखा अपने? सर उपद्रवी तो वहाँ थे सर, वो किसान लोग तो थे नहीं सर। ये तो सर मैं भी कहना चाहूँगा, सब ने सर ड्रिंक कर रखी थी, ज़्यादातर लोग सर नशे में थे। जी सर। सीधा आके अटैक मार दिया। आके सर उन्होंने बहुत बुरी तरह मारा सर, इन्होंने बहुत बुरी तरह सर फरसे चलाए हमारे ऊपर सीधे सर, हेलमेट फट गया। ये तो सर हेलमेट था नहीं तो सर तो फाड़ देते सर, वो मर जाते सर बिल्कुल सर। नहीं, पुलिस वाले जख्मी हो गए होंगे आपके साथ में? सर उस टाइम तो सर होश ही नहीं सर, क्योंकि खुद को बचाना ही सर उस टाइम समझते कि अपने आप बच जाए सर। सबको अपने 2-4 जो भाई थे सबको बचाने की सर कोशिश कर रहे थे सभी सर। जी सर। आप हॉस्पिटल में सीधा? जी सर, फिर हॉस्पिटल ले गए सर। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।